ਖਾਲਸਾ ਏਡ ਨੂੰ ਲੈ ਕੇ ਜਿਹੜੀ ਇੱਕ ਛਵੀ ਬਣੀ ਹੋਈ ਹੈ, ਤੁਹਾਨੂੰ ਲੱਗਦਾ ਵੀ ਉਹਦੇ ਪਿੱਛੇ ਵੀ ਕੁਝ ਹੋ ਸਕਦਾ? ਕਿਉਂ ਨਹੀਂ ਹੋ ਸਕਦਾ? NIA ਦੀ ਜਾਂਚ ਨੂੰ ਲੈ ਕੇ, ਇਨਵੈਸਟੀਗੇਸ਼ਨ ਨੂੰ ਲੈ ਕੇ ਕਿਸੇ ਦਾ ਕਿੰਤੂ ਪਰੰਤੂ ਨਹੀਂ। ਤੁਹਾਨੂੰ ਲੱਗਦਾ ਵੀ ਜਿਹੜੀ ਕਰਮ ਧਰਮ ਦੀ ਇੰਨੀ ਜ਼ਿਆਦਾ ਦੁਨੀਆ ਭਰ ਦੇ ਵਿੱਚ ਮਸ਼ਹੂਰ ਸੰਸਥਾ ਹੋਵੇ, ਉਹਦੇ ਨਾਲ ਵੀ ਕੀ ਉਹੀ ਸਲੂਕ ਹੋਊਗਾ ਵੀ ਜਿਹੜੇ ਗੈਂਗਸਟਰਾਂ ਜਾਂ ਟੈਰਰਿਸਟਾਂ ਨਾਲ ਹੁੰਦਾ? ਜਿਹੜੇ ਹਰਿਆਣੇ ਹੋਇਆ ਉਹਨਾਂ ਨੂੰ ਭੇਜੋਗੇ NSA ਲਾ ਕੇ? ਨਾਲ ਤਾਂ ਗੱਲ ਇਹ ਵੀ ਉੱਠੀ ਵੀ ਜਿਹੜੇ ਲੋਕ ਕਰਤਾਰਪੁਰ ਸਾਹਿਬ ਜਾ ਕੇ ਆਏ ਨੇ, ਯਾਨੀ ਕਿ ਲਾਂਘੇ ਖੁੱਲ੍ਹਿਆ ਜਦੋਂ ਪਹਿਲਾਂ ਜਾ ਕੇ ਆਏ ਨੇਗੇ, ਉਹਨਾਂ ਦੇ ਘਰੇ ਵੀ NIA ਦੀ ਕਈ ਥਾਵਾਂ 'ਤੇ ਰੇਡਾਂ ਹੋਈਆਂ ਨੇ, ਜਾਂ ਉਹ ਵੀ ਉਹਨਾਂ ਦੇ ਟਾਰਗੇਟ 'ਤੇ ਹਮੇਸ਼ਾ ਰਹਿੰਦੇ ਨੇ? ਜੇ ਕਰਤਾਰਪੁਰ ਸਾਹਿਬ ਜਾਏ, ਦਰਸ਼ਨ ਕਰਾਏ ਤਾਂ ਪਵਿੱਤਰ ਹੋ ਗਏ। ਇੱਕ ਪਾਸੇ ਤਾਂ ਕਹੇ ਮੈਂ ਸੇਵਾ ਕਰਦਾ, ਦੂਸਰੇ ਪਾਸੇ ਟੈਰਰਿਸਟਾਂ ਨਾਲ ਸੰਬੰਧ ਹੋਣ, ਦੂਸਰੇ ਪਾਸੇ ਦੇਸ਼ ਵਿਰੋਧੀ ਅਨਸਰਾਂ ਨਾਲ ਸੰਬੰਧ ਹੋਣ, ਜਾਂ ਦੇਸ਼ ਵਿਰੋਧੀ ਐਕਟੀਵਿਟੀ ਹੋਵੇ, ਤਾਂ ਨਿਸ਼ਚਿਤ ਹੈ ਕਿ ਉਹਦੇ 'ਤੇ ਕਾਰਵਾਈ ਹੋਊਗੀ, ਕਿਉਂ ਨਾ ਹੋਵੇ। ਔਰ ਸਰਚ ਜਿਹੜੀ ਹੈ ਉਹ ਸਵੇਰੇ ਸਵੇਰੇ ਹੀ ਹੁੰਦੀ ਹੈ। ਦਿਨ 'ਚ ਤਾਂ ਜੇ ਤੁਹਾਡੇ ਵਰਗੇ ਨੂੰ ਪਤਾ ਚੱਲ ਜਾਏ ਨਾ, ਸਭ ਇੱਧਰ ਉੱਧਰ ਕਰ ਦਿੰਦੇ ਆ, ਇਹ ਪਤਾ ਨਾ। ਅਤੇ ਇਸ ਕਰਕੇ ਉਹ ਬਿਲਕੁਲ ਜੋ ਵੀ ਕੀਤਾ ਏਜੰਸੀਆਂ ਨੇ ਦਰੁਸਤ ਕੀਤਾ, ਔਰ ਉਹਦੇ 'ਚ ਕੋਈ ਦੁਰਵਿਵਹਾਰ ਨਹੀਂ ਕੀਤਾ ਗਿਆ, ਔਰ ਜਿਹੜੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਨੇ ਗਲਤ ਨੇ। ਔਰ ਜਦੋਂ ਕੁਝ ਫਾਈਂਡਿੰਗ ਸਾਹਮਣੇ ਆ ਜਾਣਗੀਆਂ, ਉਸ ਵੇਲੇ ਵੀ ਪਤਾ ਲੱਗ ਜਾਊਗਾ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ NIA ਦੀ ਰੇਡ ਦੇਖਣ ਨੂੰ ਮਿਲੀ ਪਟਿਆਲੇ ਦੇ ਵਿੱਚ ਖਾਲਸਾ ਏਡ ਦੇ ਮੁੱਖ ਦਫ਼ਤਰ ਦੇ ਉੱਤੇ, ਤੇ ਨਾਲ ਗੱਲ ਇਹ ਵੀ ਸੀ ਕਿ ਠੀਕ ਹੈ ਜਾਂਚ ਏਜੰਸੀਆਂ ਆਪਦਾ ਕੰਮ ਕਰਦੀਆਂ ਰਹਿੰਦੀਆਂ ਨੇ, ਪਰ ਜ਼ਿਆਦਾਤਰ ਇਸ ਚੀਜ਼ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਵਿਰੋਧ ਖੜਾ ਹੋਇਆ ਕਿ ਜਿਹੜਾ ਸਲੀਕਾ ਸੀਗਾ ਉਹ ਸਹੀ ਨਹੀਂ ਸੀਗਾ। ਸਲੀਕੇ ਤੋਂ ਇਹ ਨਹੀਂ ਹੈਗਾ ਕਿ NIA ਆਪਦਾ ਕੰਮ ਨਾ ਕਰਦੀ, ਬਲਕਿ NIA ਆਪਦਾ ਕੰਮ ਕਰੇ, ਅੱਗੇ ਨੂੰ ਵੀ ਕਰੇ। ਪਰ ਜਦੋਂ ਕਿਸੇ ਗੈਂਗਸਟਰ ਜਾਂ ਟੈਰਰਿਸਟ ਦੇ ਘਰੇ ਜਾਂਦੀ ਹੈ, ਤੇ ਜਦੋਂ ਇੱਕ ਉਹ ਲੋਕ ਜਿਹੜੇ ਪੂਰੇ ਦੁਨੀਆ ਭਰ ਦੇ ਵਿੱਚ ਇਸ ਲਈ ਜਾਣੇ ਜਾਂਦੇ ਨੇ ਕਿ ਉਹ ਜਿੱਥੇ ਵੀ ਪੀੜਾ ਪਵੇ ਉੱਥੇ ਪਹੁੰਚ ਕੇ ਲੋਕਾਂ ਦੀ ਸੇਵਾ ਕਰਦੇ ਨੇ, ਤਾਂ ਕਿ ਉਹਨਾਂ ਦੇ ਨਾਲ ਵੀ ਇਹੀ ਸਲੂਕ ਹੁੰਦਾ। BJP ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਸਾਡੇ ਨਾਲ ਨੇ। ਗਰੇਵਾਲ ਸਾਹਿਬ, ਖਾਲਸਾ ਏਡ ਦੀ ਜਦੋਂ ਗੱਲ ਆਉਂਦੀ ਆ, ਸਭ ਨੂੰ ਪਤਾ ਵੀ ਜਿੱਥੇ ਵੀ ਪੀੜਾ ਪੈਂਦੀ ਆ ਦੁਨੀਆ 'ਚ ਪਹੁੰਚਦੇ ਨੇ ਉਹ। NIA ਦੀ ਰੇਡ ਹੋਣਾ ਤੇ ਜੋ ਸਲੀਕਾ ਵਰਤਿਆ ਗਿਆ, ਉਹਨੂੰ ਲੈ ਕੇ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਖੁਦ ਦੇ MD ਨੇ ਭਾਰਤ ਦੇ, ਉਹਨਾਂ ਨੂੰ ਵੀ ਇਸ ਚੀਜ਼ ਨੂੰ ਲੱਗਿਆ ਵੀ ਯਾਰ ਇਸ ਤਰ੍ਹਾਂ ਦੇ ਨਾਲ ਨਾ ਕਰਦੇ। ਇਨਵੈਸਟੀਗੇਸ਼ਨ ਚਲੋ ਏਜੰਸੀਆਂ ਨੇ ਆਪਦੀਆਂ ਕਰਦੀਆਂ ਨੇ। ਇਸ ਤਰ੍ਹਾਂ ਹੈ, ਸਾਡੀ ਜਿਹੜੀ ਸਰਕਾਰ ਹੈ, ਭਾਰਤ ਸਰਕਾਰ, ਬਾਇਸਡ ਹੋ ਕੇ ਕੁਛ ਨਹੀਂ ਕਰਦੀ। ਕੁਛ ਇਨਪੁਟਸ ਹੁੰਦੀਆਂ ਨੇ, ਇਨਫੋਰਮੇਸ਼ਨ ਹੁੰਦੀ ਹੈ ਏਜੰਸੀਜ਼ ਕੋਲ, ਉਸ ਤੋਂ ਬਾਅਦ ਹੀ ਇਹ ਰੇਡਸ ਹੁੰਦੀਆਂ ਨੇ। ਔਰ ਜੇ ਕੋਈ ਇੱਕ ਪਾਸੇ ਤਾਂ ਕਹੇ ਮੈਂ ਸੇਵਾ ਕਰਦਾ, ਦੂਸਰੇ ਪਾਸੇ ਟੈਰਰਿਸਟਾਂ ਨਾਲ ਸੰਬੰਧ ਹੋਣ, ਦੂਸਰੇ ਪਾਸੇ ਦੇਸ਼ ਵਿਰੋਧੀ ਅਨਸਰਾਂ ਨਾਲ ਸੰਬੰਧ ਹੋਣ, ਜਾਂ ਦੇਸ਼ ਵਿਰੋਧੀ ਐਕਟੀਵਿਟੀ ਹੋਵੇ, ਤਾਂ ਨਿਸ਼ਚਿਤ ਹੈ ਕਿ ਉਹਦੇ 'ਤੇ ਕਾਰਵਾਈ ਹੋਊਗੀ, ਕਿਉਂ ਨਾ ਹੋਵੇ। ਕਿਸੇ ਨੂੰ ਨਹੀਂ ਬਖਸ਼ਿਆ ਜਾ ਸਕਦਾ ਇਹਦੇ 'ਚ, ਔਰ ਇਹਦੇ 'ਚ ਰੁਕਾਵਟ ਵੀ ਨਹੀਂ ਬਣਨਾ ਚਾਹੀਦਾ ਕਿਸੇ ਨੂੰ ਵੀ। ਜੇ ਕੋਈ ਰੁਕਾਵਟ ਬਣੇ ਉਹ ਵੀ ਗਲਤ ਹੁੰਦਾ। ਅਤੇ ਮੈਂ ਤਾਂ ਇਸ ਚੀਜ਼ ਦਾ ਹਾਮੀ ਹਾਂ, ਔਰ ਮੈਂ ਇਹ ਸਮਝਦਾ ਕੋਈ ਵੀ ਪੋਲੀਟੀਕਲ ਪਾਰਟੀ ਉਸ ਨੂੰ ਇਹਦੇ 'ਚ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ, ਔਰ ਏਜੰਸੀਆਂ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ। ਅਤੇ ਜਦੋਂ ਨਿਰਦੋਸ਼ਾਂ ਦੀ ਹੱਤਿਆ ਹੁੰਦੀ ਹੈ, ਜਿਸ ਤਰ੍ਹਾਂ ਹੁਣ ਇਹ ਹਰਿਆਣਾ 'ਚ ਵੀ ਹੋਇਆ, ਇਸ ਵੇਲੇ ਮਨੀਪੁਰ 'ਚ ਵੀ ਹੋਇਆ, ਅਤੇ ਉਹ ਕਿੰਨੀ ਬੁਰੀ ਗੱਲ ਹੈ। ਕਿਉਂ ਹੋਵੇ? ਇਹ ਵੀ ਸਾਜ਼ਿਸ਼ ਦਾ ਹੀ ਹਿੱਸਾ ਹੁੰਦੇ ਆ ਕਈ ਵਾਰ। ਉਹ ਜਿਹੜਾ ਪੈਸਾ ਕਹਿੰਦੇ ਹੋ ਨਾ, ਧਰਮ ਕਰਮ ਲਈ ਲੱਗਦਾ, ਉਹ ਕਈ ਵਾਰ ਇੱਧਰ ਵੀ ਲੱਗ ਜਾਂਦਾ, ਅਤੇ ਇਸ ਕਰਕੇ ਉਹ ਧਿਆਨ ਰੱਖਣਾ ਜ਼ਰੂਰੀ ਹੈ। ਪਰ ਗੱਲ ਗਰੇਵਾਲ ਸਾਹਿਬ, NIA ਦੀ ਜਾਂਚ ਨੂੰ ਲੈ ਕੇ, ਇਨਵੈਸਟੀਗੇਸ਼ਨ ਨੂੰ ਲੈ ਕੇ ਕਿਸੇ ਦਾ ਕਿੰਤੂ ਪਰੰਤੂ ਨਹੀਂ, ਪਰ ਜਿਸ ਤਰ੍ਹਾਂ ਦੇ ਨਾਲ ਉੱਥੇ ਸਵੇਰੇ 5 ਵਜੇ ਜਾ ਕੇ ਰੇਡ, ਫਿਰ ਸਾਰੇ ਘਰ ਦੇ ਵਿੱਚ ਜਿਸ ਤਰ੍ਹਾਂ ਦੀ ਸਰਚ ਕੀਤੀ, ਜਾਂ ਉੱਥੇ ਉਹ ਜਿਹੜੇ ਖੁਦ ਦੱਸ ਰਹੇ ਨੇ ਉਹ ਕਈ ਮੀਡੀਆ ਰਿਪੋਰਟ ਦੇ ਵਿੱਚ ਕਿ ਜਿਹੜਾ ਸਲੀਕਾ ਇੱਕ ਜੇ ਕਹੀਏ ਅਲੱਗ ਬਿਠਾ ਕੇ ਬੱਚੇ ਨੂੰ ਕਹਿੰਦੇ ਜੀ ਉਰੋਂ ਚੱਕੋ, ਫਿਰ ਨੀਚੇ ਅਸੀਂ ਇਨਵੈਸਟੀਗੇਟ ਕਰਨਾ, ਦੇਖਣਾ ਗਾ ਕੀ ਕੁਛ ਹੈ। ਤੁਹਾਨੂੰ ਲੱਗਦਾ ਵੀ ਜਿਹੜੀ ਕਰਮ ਧਰਮ ਦੀ ਇੰਨੀ ਜ਼ਿਆਦਾ ਦੁਨੀਆ ਭਰ ਦੇ ਵਿੱਚ ਮਸ਼ਹੂਰ ਸੰਸਥਾ ਹੋਵੇ, ਉਹਦੇ ਨਾਲ ਵੀ ਕੀ ਉਹੀ ਸਲੂਕ ਹੋਊਗਾ ਵੀ ਜਿਹੜੇ ਗੈਂਗਸਟਰਾਂ ਜਾਂ ਟੈਰਰਿਸਟਾਂ ਨਾਲ ਹੁੰਦਾ? ਤੁਸੀਂ ਖੁਦ ਹੀ ਦੱਸ ਦਿਓ ਪੱਤਰਕਾਰਾਂ ਨੂੰ ਕੀ ਹੋਣਾ ਚਾਹੀਦਾ, ਕਿਸ ਤਰ੍ਹਾਂ ਨਾਲ ਵਿਵਹਾਰ ਹੋਣਾ ਚਾਹੀਦਾ। ਕੋਈ ਉਹਨਾਂ ਦੇ ਮਾਰਿਆ ਨਹੀਂ, ਕੋਈ ਉਹਨਾਂ ਨੂੰ ਗਾਲ ਨਹੀਂ ਕੱਢੀ, ਅਤੇ ਉੱਥੇ ਜਾ ਕੇ ਸਰਚ ਕਰਨਾ ਤਾਂ ਡਿਊਟੀ ਨਹੀਂ ਹੈ। ਔਰ ਸਰਚ ਜਿਹੜੀ ਹੈ ਉਹ ਸਵੇਰੇ ਸਵੇਰੇ ਹੀ ਹੁੰਦੀ ਹੈ। ਦਿਨ 'ਚ ਤਾਂ ਜੇ ਤੁਹਾਡੇ ਵਰਗੇ ਨੂੰ ਪਤਾ ਚੱਲ ਜਾਏ ਨਾ, ਸਭ ਇੱਧਰ ਉੱਧਰ ਕਰ ਦਿੰਦੇ ਆ, ਇਹ ਪਤਾ ਨਾ। ਅਤੇ ਇਸ ਕਰਕੇ ਉਹ ਬਿਲਕੁਲ ਜੋ ਵੀ ਕੀਤਾ ਏਜੰਸੀਆਂ ਨੇ ਦਰੁਸਤ ਕੀਤਾ, ਔਰ ਉਹਦੇ 'ਚ ਕੋਈ ਦੁਰਵਿਵਹਾਰ ਨਹੀਂ ਕੀਤਾ ਗਿਆ, ਔਰ ਜਿਹੜੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਨੇ ਗਲਤ ਨੇ। ਔਰ ਜਦੋਂ ਕੁਝ ਫਾਈਂਡਿੰਗ ਸਾਹਮਣੇ ਆ ਜਾਣਗੀਆਂ, ਉਸ ਵੇਲੇ ਵੀ ਪਤਾ ਲੱਗ ਜਾਊਗਾ। ਨਹੀਂ, ਜਿਸ ਤਰ੍ਹਾਂ ਨਾਲ ਦੇਖੋ ਖਾਲਸਾ ਏਡ ਨੂੰ ਲੈ ਕੇ ਜਿਹੜੀ ਇੱਕ ਛਵੀ ਬਣੀ ਹੋਈ ਹੈ, ਤੁਹਾਨੂੰ ਲੱਗਦਾ ਵੀ ਉਹਦੇ ਪਿੱਛੇ ਵੀ ਕੁਝ ਹੋ ਸਕਦਾ? ਕਿਉਂ ਨਹੀਂ ਹੋ ਸਕਦਾ? ਕਿਉਂ ਨਹੀਂ ਹੋ ਸਕਦਾ? ਕੀ ਛਵੀ ਬਣੀ ਹੋਈ ਹੈ? ਬਹੁਤ ਸਾਰੀਆਂ ਫਾਈਂਡਿੰਗਸ ਆਈਆਂ ਵੀ ਨੇ, ਔਰ ਕਈ ਲੋਕਾਂ ਨੇ ਸਾਹਮਣੇ ਆ ਕੇ ਵੀ ਮੀਡੀਆ 'ਚ ਵੀ ਕਿਹਾ ਬਹੁਤ ਕੁਛ। ਅਤੇ ਇਸ ਕਰਕੇ ਇੱਦਾਂ ਦੀ ਗੱਲ ਨਾ ਕਰੋ। ਸਾਡੀ ਸਰਕਾਰ 'ਤੇ ਮੈਨੂੰ ਪੂਰਾ ਭਰੋਸਾ, ਸਾਡੀਆਂ ਏਜੰਸੀਆਂ 'ਤੇ ਭਰੋਸਾ, ਔਰ ਸਾਨੂੰ ਵੀ ਜਾਂਚ ਜੇ ਕੋਈ ਇਹੋ ਜਿਹੀ ਗੱਲ ਹੋਵੇ ਸਹਿਯੋਗ ਦੇਣਾ ਚਾਹੀਦਾ। ਔਰ ਇਹਦੇ 'ਚ ਕੋਈ ਵੀ ਇਸ ਤਰ੍ਹਾਂ ਦਾ ਜਾਂਚ ਏਜੰਸੀਆਂ ਦਾ ਕਿਸੇ ਨੂੰ ਵੀ ਵਿਰੋਧ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਔਰ ਇਹ ਜਾਂਚ ਹੋਣੀ ਚਾਹੀਦੀ ਹੈ ਪ੍ਰੋਪਰ। ਜਦੋਂ ਕੱਲ੍ਹ ਨੂੰ ਇਹੋ ਜਿਹੇ ਟੈਂਸ਼ਨ ਕ੍ਰੀਏਟ ਹੁੰਦੀਆਂ ਨੇ, ਇਹੋ ਜਿਹੇ ਐਕਟੀਵਿਟੀਜ਼ ਹੁੰਦੀਆਂ ਨੇ, ਨਿਰਦੋਸ਼ਾਂ ਦੀ ਹੱਤਿਆਵਾਂ ਹੁੰਦੀਆਂ ਨੇ, ਤੇ ਉਸ ਵੇਲੇ ਫਿਰ ਉਹਨਾਂ ਕੋਲ ਵੀ ਤਾਂ ਅਧਿਕਾਰ ਹੈ ਨਾ, ਉਹਨਾਂ ਦੇ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਨਹੀਂ ਹੈ ਕਿਸੇ ਦੀ ਹੱਤਿਆ ਕਰ ਦੇਣਾ। ਨਹੀਂ, ਪਰ ਤੁਸੀਂ ਸਮਝਦੇ ਵੀ ਐਡੇ ਵੱਡੇ ਕਿਸੇ ਮਾੜੇ ਕੰਮ ਦੇ ਵਿੱਚ ਜਿਹੜੀ ਐਡੀ ਵੱਡੀ ਸੰਸਥਾ ਹੋ ਸਕਦੀ ਹੈ ਜਿੱਥੇ ਲੋਕਾਂ ਦਾ ਇੰਨਾ ਜ਼ਿਆਦਾ ਭਰੋਸਾ ਵੀ ਜਿੱਥੇ ਸਿਸਟਮ ਪ੍ਰਸ਼ਾਸਨ ਫੇਲ ਹੋ ਜਾਂਦਾ ਉੱਥੇ ਜਾ ਕੇ ਸੰਸਥਾ ਕੰਮ ਕਰ ਲੋਕਾਂ ਦਾ ਭਰੋਸਾ ਜੀ, ਉਹ ਠੀਕ ਆ, ਉਹ ਅਲੱਗ ਕੰਮ ਆ, ਇਹ ਅਲੱਗ ਕੰਮ ਆ, ਹੋ ਸਕਦਾ ਦੋਨੋਂ ਕੰਮ ਹੀ ਚੱਲਦੇ ਹੋਣ, ਇਸ ਕਰਕੇ ਉਹ ਬਰਾਬਰ ਇਹਦੇ 'ਚ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਤੁਹਾਨੂੰ ਨਹੀਂ ਲੱਗਦਾ ਵੀ ਬੀਜੇਪੀ ਨੂੰ ਲੈ ਕੇ ਜਿਹੜੀ ਪਰਸੈਪਸ਼ਨ ਲੋਕਾਂ ਦੀ ਹੁਣ ਬਣ ਰਹੀ ਹੈ, ਚਾਹੇ ਤਾਂ ਉਹ ਸਿਆਸਤ ਦਾ ਹਿੱਸਾ ਲਾ ਲਓ, ਪਰ ਉਹਦੇ 'ਚ ਗੱਲ ਹੈ ਵੀ ਇੱਕ ਪਾਸੇ ਤਾਂ ਜਿੱਥੇ ਹੜ੍ਹ ਆਏ ਹੋਏ ਨੇ, ਇੱਕ ਪਾਸੇ ਜਿੱਥੇ ਜੇ ਕਿਹਾ ਜਾਵੇ ਲੋਕਾਂ ਦੀ ਮਦਦ ਦੇ ਕੰਮ ਚੱਲ ਰਹੇ ਨੇ, ਦੂਜੇ ਪਾਸੇ ਜਾ ਕੇ ਉਹੀ ਸੰਸਥਾਵਾਂ ਦੇ ਘਰੇ ਰੇਡ ਹੋ ਜਾਂਦੀ ਹੈ। ਨਾਲ ਤਾਂ ਗੱਲ ਇਹ ਵੀ ਉੱਠੀ ਵੀ ਜਿਹੜੇ ਲੋਕ ਕਰਤਾਰਪੁਰ ਸਾਹਿਬ ਜਾ ਕੇ ਆਏ ਨੇ, ਯਾਨੀ ਕਿ ਲਾਂਘੇ ਖੁੱਲ੍ਹਿਆ ਜਦੋਂ ਪਹਿਲਾਂ ਜਾ ਕੇ ਆਏ ਨੇਗੇ, ਉਹਨਾਂ ਦੇ ਘਰੇ ਵੀ NIA ਦੀ ਕਈ ਥਾਵਾਂ 'ਤੇ ਰੇਡਾਂ ਹੋਈਆਂ ਨੇ, ਜਾਂ ਉਹ ਵੀ ਉਹਨਾਂ ਦੇ ਟਾਰਗੇਟ 'ਤੇ ਹਮੇਸ਼ਾ ਰਹਿੰਦੇ ਨੇ। ਜੇ ਕਰਤਾਰਪੁਰ ਸਾਹਿਬ ਜਾਏ, ਦਰਸ਼ਨ ਕਰੇ ਤਾਂ ਪਵਿੱਤਰ ਹੋ ਗਏ, ਰੇਡ ਨਹੀਂ ਹੋਣੀ ਚਾਹੀਦੀ। ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਨੇ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਮੈਨੂੰ ਪੱਤਰਕਾਰਤਾ ਤੇ ਵੀ ਵਹਿਮ ਹੋਣ ਲੱਗ ਗਿਆ। ਇਹ ਲੋਕ ਸਵਾਲ ਚੁੱਕਦੇ ਨੇ ਨਾ ਜੀ, ਉਹ ਕਹਿੰਦੇ ਵੀ ਇਹ ਬੀਜੇਪੀ ਦਾ ਤਾਂ 0.1% ਕੋਈ ਕਰਦਾ ਹੋਣਾ। ਸਿੱਖ ਬਹੁਤ ਦੇਸ਼ ਭਗਤ ਨੇ, ਮੈਂ ਤੁਹਾਨੂੰ ਦੱਸਾਂ, ਔਰ ਹਿੰਦੁਸਤਾਨੀ ਸਾਰੇ ਹੀ ਦੇਸ਼ ਭਗਤ ਨੇ, ਔਰ ਦੇਸ਼ ਦੇ ਨਾਲ ਸਾਰੇ ਖੜੇ ਆ, ਕੋਈ ਸਵਾਲ ਨਹੀਂ ਚੁੱਕਦਾ। ਸਭ ਕਹਿੰਦੇ ਕਿ ਸੁਰੱਖਿਆ ਹੋਣੀ ਚਾਹੀਦੀ ਆ ਤੇ ਇਹ ਕਾਰਵਾਈ ਹੋਣੀ ਚਾਹੀਦੀ ਹੈ, ਔਰ ਕਿਉਂ ਨਾ ਜਾਂਚ ਹੋਵੇ ਬਰਾਬਰ। ਤੇ ਜੇ ਸਾਫ਼ ਸੁਥਰੇ ਹੋ ਕੇ ਨਿਕਲਣਗੇ ਤਾਂ ਚੰਗੀ ਗੱਲ ਆ, ਬਹੁਤ ਵਧੀਆ ਗੱਲ ਆ। ਅਸੀਂ ਦੋਸ਼ੀ ਤਾਂ ਨਹੀਂ ਕਹਿੰਦੇ, ਜਿਹਦੀ ਜਾਂਚ ਹੋ ਰਹੀ ਹੈ ਉਹ ਦੋਸ਼ੀ ਨਹੀਂ ਸਿੱਧ ਹੋ ਜਾਂਦਾ, ਜਾਂਚ ਤੋਂ ਬਾਅਦ ਪਤਾ ਚੱਲਦਾ ਕੌਣ ਦੋਸ਼ੀ ਹੈ। ਪਰ ਜਿਵੇਂ ਹੁਣ ਹਰਿਆਣੇ ਵਾਲੀ ਘਟਨਾ ਦਾ ਤੁਸੀਂ ਵੀ ਜ਼ਿਕਰ ਕਰਿਆ, ਹਰਿਆਣੇ ਵਾਲੀ ਘਟਨਾ ਨੂੰ ਲੈ ਕੇ ਤੇ ਇਸ ਤਰ੍ਹਾਂ ਦੇ ਨਾਲ ਜਿਹੜੀ ਸਰਚ ਹੋਈ, ਚਲੋ ਇਨਵੈਸਟੀਗੇਸ਼ਨ NIA ਕਰ ਰਹੀ ਆ, ਇਹ ਦੋਨੇ ਚੀਜ਼ਾਂ ਨੂੰ ਦੇਖਦੇ ਹੋਏ ਬਹੁਤੇ ਲੋਕ ਇਹ ਗੱਲ ਵੀ ਕਹਿ ਰਹੇ ਨੇ ਵੀ ਇੱਕ ਜਦੋਂ ਚੋਣਾਂ ਦਾ ਮਾਹੌਲ ਹੁੰਦਾ ਇਸ ਤਰ੍ਹਾਂ ਦਾ ਹੁੰਦਾ। ਰਾਜਾ ਵੜਿੰਗ ਨੇ ਹਰਿਆਣੇ ਵਾਲੀ ਘਟਨਾ ਦਾ ਸਿੱਧਾ ਲਿੰਕ ਜੋੜਿਆ। ਉਹ ਕਹਿੰਦੇ ਹੁਣ ਚੋਣਾਂ ਨੇਗੀਆਂ, ਬੀਜੇਪੀ ਕਿਤੇ ਨਾ ਕਿਤੇ ਇਸ ਚੀਜ਼ ਦਾ ਐਡਵਾਂਟੇਜ ਲੈਣਾ ਚਾਹੁੰਦੀ ਹੈਗੀ ਵੀ ਕੱਲ੍ਹ ਨੂੰ ਇੱਕ ਤਬਕੇ ਦੇ ਵੋਟ ਨੂੰ ਇਹ ਲੱਗੂਗਾ ਵੀ ਸਾਨੂੰ ਤਾਂ ਜੀ ਬੀਜੇਪੀ ਸੁਰੱਖਿਆ ਰੱਖ ਸਕਦੀ। ਮੈਨੂੰ ਤਾਂ ਰਾਜਾ ਵੜਿੰਗ ਤਾਂ ਮੈਨੂੰ ਪੋਲੀਟੀਸ਼ੀਅਨਾਂ ਵਾਲੀ ਗੱਲ ਕਰਦੇ ਨਹੀਂ ਲੱਗਦੇ। ਗੱਲ ਸਿੱਧੀ ਇਹ ਆ, ਬੀਜੇਪੀ ਨੂੰ ਕੀ ਲਾਭ ਹੋਊ? ਬੀਜੇਪੀ ਦੀ ਸਰਕਾਰ ਆ, ਠੀਕ ਹੈ ਨਾ। ਬੀਜੇਪੀ ਅਮਨ ਕਾਨੂੰਨ ਦੀ ਸਥਿਤੀ ਸਟੇਟ ਗਵਰਨਮੈਂਟ ਦੇ ਕੰਟਰੋਲ ਅੰਡਰ ਹੁੰਦੀ ਹੈ, ਸੈਂਟਰ ਦਾ ਨਹੀਂ ਉਹਦੇ 'ਚ ਕੋਈ ਹੱਕ ਹੁੰਦਾ। ਅਤੇ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਕਿਸੇ ਜਗ੍ਹਾ ਵੀ ਕੋਈ ਇਸ ਤਰ੍ਹਾਂ ਦੀ ਹਰਕਤ ਹੋਵੇ, ਚਾਹੇ ਕਿਤੇ ਵੀ ਹੋਈ ਹੋਵੇ, ਅਤੇ ਮਨੀਪੁਰ 'ਚ ਹੋਈ ਹੋਵੇ, ਹਰਿਆਣਾ 'ਚ ਹੋਈ ਹੋਵੇ, ਕਿਸੇ ਹੋਰ ਸਟੇਟ 'ਚ ਹੋਈ ਹੋਵੇ, ਤਾਂ ਰਾਜਸਥਾਨ 'ਚ ਹੋ ਰਹੀ ਹੋਵੇ, ਉਹ ਸਾਰਾ ਉੱਥੋਂ ਦੀ ਸਟੇਟ ਗਵਰਨਮੈਂਟ ਨੇ ਰੋਕਣਾ ਹੁੰਦਾ। ਤੇ ਉਹਦੇ ਸਟੇਟ ਗਵਰਨਮੈਂਟ ਦਾ ਕੀ ਬੈਨੀਫਿਟ ਹੋ ਜਾਊਗਾ? ਮੈਨੂੰ ਤਾਂ ਨਹੀਂ ਸਮਝ ਆਇਆ। ਹਰਪਾਲ ਚੀਮਾ ਪ੍ਰੈਸ ਕਾਨਫਰੰਸ ਕਰਦੇ ਨੇ, ਉਹ ਕਹਿੰਦੇ ਜਿੱਥੇ ਵੀ ਬੀਜੇਪੀ ਪ੍ਰਸ਼ਾਸਿਤ ਜਿਹੜੇ ਦੇਸ਼ ਨੇਗੇ, ਜਿੱਥੇ ਇੱਥੇ ਸੱਤਾ 'ਚ ਬੀਜੇਪੀ ਹੈਗੀ ਆ, ਉੱਥੇ ਇਸੇ ਤਰ੍ਹਾਂ ਦੇ ਕਲੇਸ਼ ਚੱਲ ਰਹੇ ਨੇ। ਜਾਂ ਤਾਂ ਦਲਿਤ ਨਿਸ਼ਾਨੇ ਬਣਾਏ ਜਾਂਦੇ ਨੇ, ਜਾਂ ਆਦੀਵਾਸੀ ਬਣਾਏ ਜਾਂਦੇ ਨੇ, ਜਾਂ ਮਹਿਲਾਵਾਂ ਨੇ, ਜਾਂ ਬੱਚੇ ਨੇ, ਤੇ ਜਾਂ ਫਿਰ ਹਰਿਆਣੇ ਵਾਲੀ ਘਟਨਾਵਾਂ। ਹਰਪਾਲ ਚੀਮਾ ਨੂੰ ਤਾਂ ਬੋਲਣ ਦਾ ਹੀ ਅਧਿਕਾਰ ਨਹੀਂ। ਉਹ ਕੀ ਬੋਲ ਰਹੇ ਨੇ? ਉਹ ਜਿਹੜੀ ਸਟੇਟਮੈਂਟਸ ਦੇ ਰਹੇ ਨੇ, ਮੈਂ ਸਮਝਦਾ ਕਿ ਉਹ ਗੈਰ ਤਜਰਬੇਕਾਰ ਅਤੇ ਗੈਰ ਜ਼ਿੰਮੇਦਾਰਾਨਾ ਸਟੇਟਮੈਂਟ ਆ ਉਹਨਾਂ ਦੀ। ਉਹ ਕਿਉਂ ਆ? ਉਹਨਾਂ ਨੇ ਕਿਹਾ ਸੀ ਅਸੀਂ ਪੰਜਾਬ 'ਚ ਵੀ ਦਲਿਤ ਨੂੰ ਮੁੱਖ ਮੰਤਰੀ ਬਣਾਵਾਂਗੇ, ਅਸੀਂ ਦਿੱਲੀ 'ਚ ਵੀ ਬਣਾਵਾਂਗੇ। ਬਣਾਇਆ ਕਿਤੇ ਦਲਿਤ? ਇਹ ਹਰਪਾਲ ਚੀਮਾ ਕਿਹੜੇ ਮੂੰਹ ਨਾਲ ਬੋਲ ਰਹੇ ਨੇ? ਦਲਿਤਾਂ ਦੇ ਵਜ਼ੀਫੇ ਸੁਪਰੀਮ ਕੋਰਟ ਆਦੇਸ਼ ਦੇ ਰਹੀ ਆ ਕਿ ਉਹ ਵਜ਼ੀਫੇ ਜਾਰੀ ਕਰੋ, ਅਜੇ ਤੱਕ ਨਹੀਂ ਕੀਤੇ ਇਹਨਾਂ ਨੇ, ਪੰਜਾਬ ਸਰਕਾਰ ਨੇ। ਅਤੇ ਉਹ ਦਲਿਤਾਂ ਦੇ ਹੱਕ 'ਚ ਨੇ, ਉਹ ਦਲਿਤਾਂ ਦੀ ਗੱਲ ਕਰਨਗੇ। ਔਰ ਉਹ ਤਾਂ ਇੱਕ ਖਾਮਖਾਹ ਦਾ। ਔਰ ਫਿਰ ਸਟੇਟ ਗਵਰਨਮੈਂਟ ਦੀ ਜਿਹੜੀ ਜ਼ਿੰਮੇਵਾਰੀ ਆ ਲਾਅ ਐਂਡ ਆਰਡਰ ਮੇਨਟੇਨ ਕਰਨਾ, ਉਸ ਨੂੰ ਸਿੱਧਾ ਪ੍ਰਧਾਨ ਮੰਤਰੀ 'ਤੇ ਹਮਲਾ ਕਰਦੇ ਆ। ਇੰਨਾ ਕੁ ਮੂੰਹ ਆ ਉਹਨਾਂ ਦਾ, ਗੱਲ ਬਹੁਤ ਬੜੀ ਕਰਦੇ ਆ, ਸੰਗ ਫਾੜ ਕੇ ਉਹ ਨਹੀਂ ਕਰਨੀ ਚਾਹੀਦੀ। ਪਰ ਉਹਦੇ 'ਚ ਉਹ ਇਹ ਗੱਲ ਵੀ ਕਹਿੰਦੇ ਨੇ ਨਾ, ਕਹਿੰਦੇ ਇਸੇ ਕਰਕੇ ਤਾਂ ਹੈਗੀ ਆ ਵੀ ਸਦਨ ਦੇ ਵਿੱਚ ਪ੍ਰਧਾਨ ਮੰਤਰੀ ਨਹੀਂ ਜਾਂਦੇ। ਦੂਜੇ ਪਾਸੇ ਇਹ ਹੈ ਵੀ ਜਦੋਂ ਮਣੀਪੁਰ ਨਹੀਂ ਪਹੁੰਚਦੇ, ਹੁਣ ਹਰਿਆਣੇ ਘਟਨਾ ਵਾਪਰ ਗਈ, ਬੀਜੇਪੀ ਵਾਲੀਆਂ ਸਰਕਾਰਾਂ ਨੇ ਥਾਮੀ ਕਿਉਂ ਹੋ ਰਿਹਾ? ਇਹ ਹਰ ਜਗ੍ਹਾ ਪ੍ਰਧਾਨ ਮੰਤਰੀ ਪਹੁੰਚਦੇ ਹੁੰਦੇ ਆ। ਉਹਦੀ ਅਕਲ ਕਿੱਥੇ ਗਈ ਹੈ ਵਿਚਾਰੇ ਦੀ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਇਹ ਜਿਹੜੀਆਂ ਗੱਲਾਂ ਕਰਦੇ ਨੇ ਇਹ ਨਾ ਕਰਨ। ਔਰ ਪ੍ਰਧਾਨ ਮੰਤਰੀ, ਉਹ ਤਾਂ ਉਹਨਾਂ ਦਾ ਕੰਮ ਹੀ ਪ੍ਰਧਾਨ ਮੰਤਰੀ ਦਾ ਚਿਹਰਾ ਖਰਾਬ ਕਰਨ ਦਾ, ਔਰ ਉਹਦੇ 'ਚ ਕਰਦੇ ਕਰਦੇ ਲੋਕਾਂ ਦੇ ਸਾਹਮਣੇ ਐਕਸਪੋਜ਼ ਹੋ ਜਾਂਦੇ ਆ। ਕੁਛ ਨਹੀਂ ਲੱਗਦਾ ਮਨੀਪੁਰ 'ਤੇ ਬੀਜੇਪੀ ਨੂੰ ਬੈਕ ਸੈਟ ਲੱਗਿਆ ਹੈਗਾ? ਨਹੀਂ, ਬੀਜੇਪੀ ਨੂੰ ਕੀ ਲੱਗਿਆ ਬਈ? ਉਹ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਆ, ਉਹਨੇ ਕਰਨਾ ਸੀ। ਅਤੇ ਕੇਂਦਰ ਦੀ ਤਰਫ ਦਾ ਜੋ ਮਦਦ ਹੁੰਦੀ ਹੈ, ਜੋ ਸਹਿਯੋਗ, ਹੁਣ ਅੰਮ੍ਰਿਤਪਾਲ ਦਾ ਮੁੱਦਾ ਇੱਥੇ ਉੱਠ ਗਿਆ ਸੀ, ਥਾਣੇ 'ਤੇ ਕਬਜ਼ਾ ਹੋ ਗਿਆ, ਪੁਲਿਸ ਵਾਲਿਆਂ ਦੇ ਨਿਹੱਥਿਆਂ 'ਤੇ ਹਮਲਾ ਕਰਤਾ ਉਹਨੇ, ਅਤੇ ਉਹਦੇ 'ਚ ਸੈਂਟਰ ਨੇ ਤਾਂ ਮਦਦ ਹੀ ਦਿੱਤੀ ਹੈ ਇਹਨਾਂ ਨੂੰ, ਜੋ ਸਟੇਟ ਗਵਰਨਮੈਂਟ ਨੇ ਮੰਗੀ। ਐਕਸਟਰਾ ਫੋਰਸਿਸ ਮੰਗ ਲਈਆਂ, ਸੈਂਟਰਲ ਫੋਰਸਿਸ ਉਹ ਦੇਤੀਆਂ, ਹੋਰ ਕੋਈ ਮਦਦ ਮੰਗੀ ਉਹ ਦੇਤੀ, ਇੰਟੈਲੀਜੈਂਸ ਇਨਪੁਟ ਸੀ ਉਹ ਦੇਤੀ।
ਇਹੀ ਤਾਂ ਦੱਸਣਾ ਸੀ, ਬਾਕੀ ਤਾਂ ਇਹਨਾਂ ਦੀ ਜ਼ਿੰਮੇਵਾਰੀ ਸੀ। ਤੇ ਉਹਦੇ 'ਚ ਅਸੀਂ ਇਹਨਾਂ ਨੂੰ ਕ੍ਰਿਟੀਸਾਈਜ਼ ਤਾਂ ਨਹੀਂ ਕਦੇ ਕੀਤਾ, ਬੀਜੇਪੀ ਨੇ ਕਦੇ ਨਹੀਂ ਕੀਤਾ। ਬੀਜੇਪੀ ਨੇ ਕਿਹਾ ਕਿ ਕੋਈ ਮੁੱਖ ਮੰਤਰੀ ਇੱਦਾਂ ਦਾ ਕੰਮ ਨਹੀਂ ਕਰਵਾਉਂਦਾ ਆਪਣੀ ਸਟੇਟ 'ਚ, ਉਹਨੂੰ ਕਾਰਵਾਈ ਕਰਨੀ ਚਾਹੀਦੀ ਹੈ। ਅਸੀਂ ਉਹਦੇ ਨਾਲ ਹਾਂ, ਸਾਰੇ ਨਾਗਰਿਕ ਉਹਦੇ ਨਾਲ ਨੇ। ਪਰ ਇਹੀ ਜਿਹੜੀ ਕਾਰਵਾਈ ਉਰੇ ਹੋਈ ਤਾਂ ਇਹਨੂੰ ਲੈ ਕੇ ਬਹੁਤ ਸਾਰੇ ਅਜੇ ਕਹੀਏ ਸੋਸ਼ਲ ਮੀਡੀਆ ਤੇ ਵੀ ਤੇ ਵੈਸੇ ਵੀ ਸਿੱਖ ਚਿਹਰੇ ਬੋਲਦੇ ਨਜ਼ਰ ਆਉਂਦੇ ਨੇ ਵੀ ਠੀਕ ਹੈ ਉਰੇ ਸੂਬੇ ਦੇ ਵਿੱਚ ਦੇਖੀ ਗਈ ਇੰਟੈਂਸ਼ਨ, ਚਾਹੇ ਸੈਂਟਰ ਨੇ ਦੇਖੀ ਚਾਹੇ ਸਟੇਟ ਨੇ ਦੇਖੀ, ਉੱਥੇ ਐਨਐਸਏ ਲਾਗੇ ਨੌਜਵਾਨਾਂ ਨੂੰ ਉੱਥੇ ਭੇਜਤਾ, ਗਲਤ ਨੇ ਸਹੀ ਨੇਗੇ, ਕੱਲ੍ਹ ਨੂੰ ਕੇਸ ਵੀ ਚੱਲਣੇ ਨੇ। ਜਿਹੜੇ ਹਰਿਆਣੇ ਹੋਇਆ ਉਹਨਾਂ ਨੂੰ ਭੇਜੋਗੇ ਐਨਐਸਏ ਲਾ ਕੇ? ਕਿਉਂ ਨਹੀਂ, ਉਹਨਾਂ 'ਤੇ ਬਹੁਤ ਸਖਤ ਤੋਂ ਸਖਤ ਕਾਰਵਾਈ ਹੋਣੀ ਹੈ, ਕੋਈ ਵੀ ਹੋਏਗਾ, ਵਿਦਾਊਟ ਐਨੀ ਡਿਸਟਿੰਕਸ਼ਨ ਆਫ ਕਾਸਟ, ਕਰੀਡ ਐਂਡ ਰਿਲੀਜਨ ਐਕਸ਼ਨ ਹੋਏਗਾ। ਠੀਕ ਹੈ, ਤੇ ਕੋਈ ਕਿਸੇ ਨਾਲ ਭੇਦਭਾਵ ਨਹੀਂ ਹੋਏਗਾ, ਔਰ ਜਿਹਨੇ ਜੋ ਕ੍ਰਾਈਮ ਕੀਤਾ ਉਸ ਦੀ ਸਖਤ ਤੋਂ ਸਖਤ ਸਜ਼ਾ ਮਿਲੇਗੀ, ਐਗਜ਼ੈਂਪਲਰੀ ਪਨਿਸ਼ਮੈਂਟ ਮਿਲੇਗੀ, ਚਾਹੇ ਉਹ ਕੋਈ ਵੀ ਹੋਵੇ। ਯਾਰ ਜੇ ਦੇਖਿਆ ਜਾਵੇ, ਜੇ ਹਰਜੀਤ ਗਰੇਵਾਲ ਦਾ ਸਪਸ਼ਟ ਤੌਰ 'ਚ ਕਹਿਣਾ ਹੈ ਕਿ ਇਨਵੈਸਟੀਗੇਸ਼ਨ ਹੋਣਾ ਕਿਸੇ ਨੂੰ ਦੋਸ਼ੀ ਨਹੀਂਗਾ ਕਿਹਾ ਜਾਂਦਾ, ਪਰ ਹਾਂ ਕਿ ਆਖਰ ਕੋਈ ਜਿਹੜਾ ਚੰਗਾ ਕੰਮ ਕਰ ਰਿਹਾ ਉਹਦੇ ਪਿੱਛੇ ਕੋਈ ਮਾੜਾ ਨਹੀਂ ਹੋ ਰਿਹਾ ਤਾਂ ਇਹਦੇ ਵਿੱਚ ਸਰਟੀਫਿਕੇਟ ਵੀ ਨਹੀਂ ਕਹਿੰਦੇ ਦਿੱਤਾ ਜਾ ਸਕਦਾ। ਹਾਲਾਂਕਿ ਇਸ ਪੂਰੇ ਰਵੱਈਏ ਨੂੰ ਲੈ ਕੇ ਜਿੱਥੇ ਇੱਕ ਪਾਸੇ ਕਈ ਲੋਕ ਵਿਰੋਧ ਕਰ ਰਹੇ ਨੇ ਕਿ ਇਨਵੈਸਟੀਗੇਸ਼ਨ ਨੂੰ ਲੈ ਕੇ ਨਹੀਂ ਪਰ ਰਵੱਈਏ ਨੂੰ ਲੈ ਕੇ, ਪਰ ਦੂਜੇ ਪਾਸੇ ਕਿਤੇ ਨਾ ਕਿਤੇ ਬੀਜੇਪੀ ਇਹ ਗੱਲ ਸਪਸ਼ਟ ਕਰਦੀ ਹੈ ਕਿ ਜਿਹੜੀ ਇਨਵੈਸਟੀਗੇਸ਼ਨ ਉਹਦੇ ਵਿੱਚ ਕਿਸੇ ਨੂੰ ਰੋੜਾ ਨਹੀਂ ਬਣਨਾ ਚਾਹੀਦਾ। ਰਹੀ ਗੱਲ ਜਿਹੜੀ ਹਰਿਆਣਾ ਦੇ ਵਿੱਚ ਘਟਨਾ ਵਾਪਰਦੀ ਆ ਤਾਂ ਉਹਦੇ 'ਤੇ ਕਹਿੰਦੇ ਕਾਰਵਾਈ ਉੱਥੇ ਵੀ ਲੋਕ ਦੇਖਣਗੇ, ਕਾਰਵਾਈ ਉੱਥੇ ਵੀ ਸਖਤ ਰੂਪ ਦੇ ਵਿੱਚ ਹੋਊ, ਕਿਉਂਕਿ ਮਾਹੌਲ ਖਰਾਬ ਕਰਨ ਦੇਣਾ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸੀਨੀਅਰ ਵੀਡੀਓ ਜਰਨਲਿਸਟ ਵਿੰਦੇਜ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਚੰਡੀਗੜ੍ਹ।